26 जनवरी ਨੂੰ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾ ਕੇ ਵਿਵਾਦਾਂ ਵਿੱਚ ਆਏ ਅਦਾਕਾਰ ਅਤੇ ਨੌਜਵਾਨ ਆਗੂ ਦੀਪ ਸਿੱਧੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਕਰ ਦਿੱਤੀ ਹੈ। ਦੀਪ ਸਿੱਧੂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਹੌਕਾ ਦੇ ਕੇ ਨਵੀਂ ਜਥੇਬੰਦੀ ਵਾਰਸ ਪੰਜਾਬ ਦੇ ਦਾ ਐਲਾਨ ਕਰ ਦਿੱਤਾ ਹੈ। ਦੀਪ ਸਿੱਧੂ ਨੇ ਕਿਹਾ ਕਿ ਸਿਆਸੀ ਧਿਰਾਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡ ਰਹੀਆਂ ਨੇ। इस मौके दीप सिद्धू ने यह संकेत भी दिते कि वह पंजाब पक्खी पार्टी की हमायत भी कर सकते हैं। होर की कुछ क्या दीप सिद्धू ने तुसी आप ही सुन लवो। या ये कह लईए भी जो राज कर रही धिर अज उहदे विरुद्ध आपां खड़ के आपदे हक्कां प्रति ते इस धरती ते या पंजाब ते इस खिते च वसदे वो लोग ਜਿਹੜੇ ਸੱਭਿਆਚਾਰ ਨੂੰ ਸਾਂਭੀ ਬੈਠੇ ਆ, ਜਿਹੜੇ ਸਾਡੀ ਹੋਂਦ ਨੂੰ ਸਾਂਭੀ ਬੈਠੇ ਆ, ਸੋ ਉਹਨਾਂ ਸਾਰਿਆਂ ਲਈ ਇੱਕ ਪਲੇਟਫਾਰਮ, ਇੱਕ ਸੋਸ਼ਲ ਪਲੇਟਫਾਰਮ। ਪਹਿਲੀ ਗੱਲ ਤਾਂ ਇਹ ਸਮਝ ਲਈਏ ਆਪਾਂ, ਕਿਉਂਕਿ ਹਰ ਗੱਲ ਅਸੀਂ ਚੋਣਾਂ ਤੱਕ ਲੈ ਜਾਂਦੇ ਆ ਵੀ 2022 ਆ ਰਹੀ ਆ, ਹੁਣ ਇਹਨਾਂ ਨੇ ਕੋਈ ਨਵਾਂ ਪੈਂਤਰਾ ਖੇਡਣਾ। ਪਹਿਲਾਂ ਤਾਂ ਇਹ ਗੱਲ ਮੈਂ ਸਪਸ਼ਟ ਕਰ ਦੇਣਾ ਚਾਹਣਾ ਵੀ 2022 ਆ ਜੇ 2027 ਆ ਜੇ, ਆਪਾਂ ਅੱਜ ਜਿੱਥੇ ਖੜੇ ਆ, ਜਿਹੜੇ ਸਿਧਾਂਤਾਂ ਤੇ ਖੜੇ ਆ, ਇੱਥੇ ਹੀ ਖੜੇ ਰਹਾਂਗੇ। ਨਾ ਕੋਈ ਚੋਣਾਂ ਦਾ ਪੈਂਤੜਾ ਇਹ, ਨਾ ਕਿਸੇ ਪੋਲੀਟੀਕਲ ਕਲਾਸ ਦੀ ਅਸੀਂ ਹਮਾਇਤ ਕਰ ਰਹੇ ਆ। ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ, ਚਾਹੇ ਉਹ ਸਾਡਾ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਈਸਾਈ ਹੋਵੇ, ਜਿਹੜਾ ਪੰਜਾਬ ਦੇ ਹੱਕੀ ਸੰਘਰਸ਼ ਦੀ ਗੱਲ ਕਰੂਗਾ, ਪੰਜਾਬੀਅਤ ਦੀ ਗੱਲ ਕਰੂਗਾ, ਤੇ ਅਸੀਂ ਜਿਹੜਾ ਸਾਡੀਆਂ ਕਦਰਾਂ ਕੀਮਤਾਂ 1849 ਚ ਸਾਡੇ ਤੋਂ ਪਹਿਲੀ ਵਾਰ ਅੰਗਰੇਜ਼ਾਂ ਨੇ ਖੋਈਆਂ, ਉਦੋਂ ਇੱਕ ਸਮਾਜ ਸੀ ਜਿਹੜਾ ਪੰਜਾਬ ਦਾ, ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਸੀ। ਇੱਥੇ ਹਿੰਦੂ ਵੀ ਪਿਆਰ ਨਾਲ ਰਹਿੰਦੇ ਸੀ ਤੇ ਮੁਸਲਮਾਨ ਵੀ ਉਵੇਂ ਪਿਆਰ ਨਾਲ ਰਹਿੰਦੇ ਸੀ, ਸਿੱਖ ਵੀ ਰਹਿੰਦੇ ਸੀ। ਹੋਰ ਜਿਨ੍ਹਾਂ ਨੂੰ ਸਰਕਾਰ ਜਾਂ ਇਹ ਨਵਾਂ ਇੱਕ ਜਿਹੜਾ ਸਟੇਟ ਆ ਉਹ ਦਲਿਤ ਦੀ ਪਰਿਭਾਸ਼ਾ ਦੇਤੀ ਆ, ਕਿਉਂਕਿ ਸਾਡੇ ਜਿਹੜੇ ਸੱਭਿਆਚਾਰ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਲੜਾਈ ਇਹ ਕੀਤੀ ਨਾ ਵੀ ਜਾਤ ਪਾਤ ਮਿਟਾਓ। ਅਕਾਲ ਪੁਰਖ ਨੇ ਹਰ ਬੰਦੇ ਨੂੰ, ਕਿਸੇ ਨੂੰ ਪਛੜੀਆਂ ਸ਼੍ਰੇਣੀਆਂ 'ਚ ਨਹੀਂ ਬਣਾਇਆ, ਹਰ ਬੰਦੇ ਨੂੰ ਇੱਕ ਸਿਰਜਿਆ। ਤੇ ਉਹ ਅਕਾਲ ਪੁਰਖ ਵਿਤਕਰੇਬਾਜ਼ ਤਾਂ ਨਹੀਂ ਹੋ ਸਕਦਾ ਵੀ ਫਲਾਨਾ ਬੰਦਾ ਤਾਂ ਉੱਚੀ ਜਾਤੀ ਦਾ ਤੇ ਫਲਾਨਾ ਨੀਵੀਂ ਜਾਤੀ ਦਾ। ਸੋ ਇਹ ਗੱਲਾਂ ਤੋਂ ਰਹਿਤ ਸਾਡਾ ਇੱਕ ਸੱਭਿਆਚਾਰ ਸੀ, ਸਾਡੇ ਤੋਂ ਉਹ ਖੋਲਿਆ ਗਿਆ 1849 ਚ ਪਹਿਲੀ ਵਾਰੀ। ਤੇ 150 ਸਾਲ ਦੀ ਗੁਲਾਮੀ ਨੇ ਲਿਟਰਲੀ, ਕਿਉਂਕਿ ਸਾਡੇ ਲਈ 47 ਨੇ ਵੀ ਕੋਈ ਫਰਕ ਨਹੀਂ ਪਾਇਆ। 47 ਸਾਡੇ ਸੱਭਿਆਚਾਰ ਨੂੰ ਜਿਵੇਂ ਉਦੋਂ ਪਹਿਲਾਂ ਅੰਗਰੇਜ਼ ਖੋਰਦੇ ਸੀ, ਉਵੇਂ ਹੀ ਦਿੱਲੀ ਖੋਰਨ ਲੱਗ ਗਈ। ਇਹ ਗੱਲ ਅਸੀਂ ਸਪਸ਼ਟ ਕਰ ਲਈਏ, ਸਾਡੀ ਕਲਚਰਲ ਸਪੇਸ ਸਾਨੂੰ 1849 ਤੋਂ ਬਾਅਦ ਨਹੀਂ ਮਿਲੀ। ਪੰਜਾਬ ਨੂੰ ਪੰਜਾਬ ਦੀ ਕਲਚਰਲ ਸਪੇਸ ਨਹੀਂ ਮਿਲੀ। ਸਾਡੇ ਸਮਾਜ ਨੂੰ ਇੰਨਾ ਕੰਪਲੈਕਸ ਕਰ ਦਿੱਤਾ, ਇੰਨੇ ਕੌਂਟਰਡਿਕਸ਼ਨਸ ਆ ਗਏ ਇੱਥੇ, ਜਿਹੜੇ ਐਡਾ ਕੰਪਲੈਕਸ ਸਮਾਜ ਇੱਕ ਦੂਜੇ ਨਾਲ ਹੀ ਉਲਝੀ ਜਾਂਦੇ ਆ, ਆਪਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ। ਫਲਾਨਾ ਬੰਦਾ ਪਲਾਂਟਡ ਆ, ਫਲਾਨਾ ਬੰਦਾ ਸਰਕਾਰ ਦਾ, ਇਹ ਫਲਾਨੇ ਮਿਲੇ ਹੋਏ ਆ। ਵਾਰ-ਵਾਰ ਅਸੀਂ ਸੰਘਰਸ਼ ਪੈਦਾ ਕਰਦੇ ਆ, ਸਾਡੇ ਸੰਘਰਸ਼ ਫਿਰ ਉਹ ਪੂਰੀ ਵਾਹ ਲਾ ਦਿੰਦੇ ਆ ਵੀ ਫੇਲ ਕਰ ਦੋ, ਤੇ ਸਾਡੇ ਸੰਘਰਸ਼ ਫੇਲ ਕਰਦੇ ਆ। ਧੱਕ ਕੇ ਸਾਨੂੰ ਕਿੱਧਰ ਨੂੰ ਲੈ ਜਾਂਦੇ ਆ? ਧੱਕ ਕੇ ਲੈ ਜਾਂਦੇ ਆ ਚੋਣਾਂ ਲਈ। ਜਿਵੇਂ ਹੁਣ ਸਾਰਿਆਂ ਨੇ ਇਹ ਗੱਲ ਸੋਚੀ ਵੀ ਦੀਪ ਸਿੱਧੂ ਨੇ ਕੋਈ ਗੱਲ ਕਹੀ ਆ। ਦੀਪ ਸਿੱਧੂ ਇੱਕ ਪਰਸਨ ਸੈਂਟਰਿਕ ਗੱਲ ਨਹੀਂ ਹੋ ਰਹੀ ਇੱਥੇ। ਦੀਪ ਸਿੱਧੂ ਸੈਂਟਰ ਸਟੇਜ 'ਚ ਨਹੀਂ ਆ, ਸੈਂਟਰ ਸਟੇਜ 'ਚ ਸਾਡੇ ਸਿਧਾਂਤ ਆ, ਪੰਜਾਬ ਪੱਖੀ ਸਿਧਾਂਤ ਆ, ਜੋ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ, ਸਾਡੇ ਪੈਗੰਬਰਾਂ ਨੇ ਸਾਨੂੰ ਸਿਧਾਂਤ ਦਿੱਤੇ ਸੀ, ਉਹ ਸੈਂਟਰ ਸਟੇਜ 'ਚ ਆ। ਇੱਥੇ ਪੰਜਾਬ ਪੱਖੀ ਗੱਲ ਸੈਂਟਰ ਸਟੇਜ 'ਚ ਆ। ਕੋਈ ਦੀਪ ਸਿੱਧੂ ਆਪਦੀ ਗੱਲ ਨਹੀਂ ਕਰ ਰਿਹਾ। ਇਸ ਲਈ ਇੱਥੇ ਬੰਦਿਆਂ ਦੀ ਅਹਿਮੀਅਤ ਨਹੀਂ ਆ, ਆਪਣੀ ਜਿਹੜੀ ਜਥੇਬੰਦਕ ਢਾਂਚਾ, ਇੱਕ ਬੇਬੀ ਸਟੈਪ ਜਿਹਨੂੰ ਕਹਿੰਦੇ ਆ, ਇੱਕ ਛੋਟਾ ਇੱਕ ਆਪਾਂ ਉਪਰਾਲਾ ਕਰ ਰਹੇ ਹਾਂ। ਇਹ ਤੋਂ ਬਹੁਤ ਵੱਡੀਆਂ ਆਸਾਂ ਨਾ ਰੱਖੋ, ਕਿਉਂਕਿ ਅਸੀਂ ਖੜੇ ਆ ਸਟੇਟ ਦੇ ਉਲਟ। ਸਟੇਟ ਉਹ ਸਟੇਟ ਆ ਜਿਹੜੀ 150 ਸਾਲ ਤੋਂ ਸਾਡੇ ਤੇ ਲਗਾਤਾਰ ਜ਼ੁਲਮ ਕਰ ਰਹੀ ਆ, ਚਾਹੇ ਉਹ ਸੂਖਮ ਰੂਪ 'ਚ ਹੋਵੇ। ਸੂਖਮ ਰੂਪ 'ਚ ਹੀ ਹੁੰਦੇ ਆ। ਜਦੋਂ ਸੱਭਿਆਚਾਰ ਖੋਰਨੇ ਹੁੰਦੇ ਆ ਨਾ, ਤਾਂ ਤੁਹਾਨੂੰ ਬਹੁਤ ਮਾਈਨਿਊਟਲੀ ਓਬਜ਼ਰਵ ਕਰਨੀਆਂ ਪੈਂਦੀਆਂ ਚੀਜ਼ਾਂ। ਉਹ ਸੂਖਮ ਰੂਪ 'ਚ ਤੁਹਾਡੇ ਤੇ ਜ਼ੁਲਮ ਕਰਦੇ ਆ, ਤੇ ਇੱਕ ਪ੍ਰਤੱਖ ਰੂਪ 'ਚ ਕਈ ਵਾਰੀ ਉਹ ਜਿਹੜੀ ਇਨਸਟਿੰਕਟ ਹੁੰਦੀ ਹੈ ਨਾ, ਉਹਨਾਂ ਸਿਸਟਮ ਦੀ ਸਾਡੇ ਸਾਹਮਣੇ ਆ ਜਾਂਦੀ ਹੈ। ਸਾਡੇ ਨਾਲ ਵਾਪਰੀ 47 'ਚ ਵਾਪਰੀ, 47 ਤੋਂ ਪਹਿਲਾਂ ਅੰਗਰੇਜ਼ਾਂ ਨੇ ਸਾਡੇ ਨਾਲ ਕੀਤਾ, ਫਿਰ 47 'ਚ ਵਾਪਰੀ, ਫਿਰ 84 'ਚ ਵਾਪਰੀ, ਫਿਰ ਜੋ ਜੈਨੋਸਾਈਡ ਹੋਈ ਦਿੱਲੀ 'ਚ,
ਜਾਂ ਅੱਜ ਸੱਭਿਆਚਾਰਕ ਤੇ ਮਾਨਸਿਕ ਜੈਨੋਸਾਈਡ ਸਾਡੀ ਹੋ ਰਹੀ ਆ। ਇਹ ਸਾਨੂੰ ਕਈ ਵਾਰੀ ਐਂ ਲੱਗਦਾ ਵੀ ਜਿਹੜੀਆਂ ਪ੍ਰੋਬਲਮਸ ਆ ਨਾ, ਦੇਖੋ ਪ੍ਰੋਬਲਮਸ ਕੀ ਆ, ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਮੈਂ ਥੋੜੀ ਜੀ ਇਹਦੀ ਇੱਕ ਭੂਮਿਕਾ ਬਣ ਰਹੇ ਹਾਂ ਤਾਂ ਕਿ ਆਪਾਂ ਨੂੰ ਇੱਕ ਇਹ ਪਤਾ ਲੱਗੇ ਆਪਾਂ ਗੱਲਬਾਤ ਕਿਸ ਲੈਵਲ ਤੇ, ਕਿਸ ਇੰਟੈਲੈਕਚੁਅਲ ਲੈਵਲ ਤੇ ਕਰਨੀ ਆ। ਕਈ ਵਾਰੀ ਸਾਨੂੰ ਸਮੂਹਿਕ ਰੂਪ 'ਚ ਤੇ ਕਈ ਵਾਰੀ ਸਾਨੂੰ ਇੰਡੀਵਿਜੂਅਲ ਰੂਪ 'ਚ ਵੀ ਆਪਦਾ ਇੰਟੈਲੈਕਚੁਅਲ ਕੈਲੀਬਰ ਵੀ ਰਾਈਜ਼ ਕਰਨਾ ਪੈਂਦਾ ਹੁੰਦਾ ਗੱਲਾਂ ਨੂੰ ਸਮਝਣ ਵਾਸਤੇ। ਅਦਰਵਾਈਜ਼ ਸਾਨੂੰ ਲੱਗਦਾ ਰਹਿੰਦਾ ਵੀ ਗੱਲਾਂ ਦੀ ਸਾਨੂੰ ਸਮਝ ਆ, ਹੱਲ ਦੱਸੋ। ਹਰ ਬੰਦਾ ਇਸੇ ਗੱਲ ਤੇ ਆਉਂਦਾ ਵੀ ਸਮਝ ਤਾਂ ਹੈ, ਸਾਨੂੰ ਹੱਲ ਦੱਸੋ। ਪਰ ਕੀ ਸਾਨੂੰ ਐਡੀ ਕੰਪਲੈਕਸਿਟੀ 'ਚ 150 ਸਾਲ ਦੀ ਗੁਲਾਮੀ ਦੇ ਬਾਅਦ ਜੋ ਸਾਡੇ 'ਚ ਮਾਨਸਿਕ ਤੌਰ ਤੇ ਵੀ ਪ੍ਰੋਬਲਮਸ ਪੈਦਾ ਕੀਤੀਆਂ ਗਈਆਂ, ਉਹ ਇੱਕ ਸਿਸਟਮ ਸਾਡੇ ਅਗੇਂਸਟ ਲਗਾਤਾਰ ਪਰਪੈਚੁਏਟ ਹੋ ਰਿਹਾ, ਲਗਾਤਾਰ ਸਦੀਵੀ ਹੋ ਰਿਹਾ। ਇੰਨੇ ਕੰਪਲੈਕਸ ਸਮਾਜ 'ਚ ਪ੍ਰੋਬਲਮਸ ਦੀ, ਮਸਲਿਆਂ ਦੀ ਸਮਝ ਪੂਰਨ ਰੂਪ 'ਚ ਹੈ। ਤੇ ਜੇ ਅਸੀਂ ਇਹ ਕਹਾਂਗੇ ਹੈ ਤਾਂ ਮੈਨੂੰ ਲੱਗਦਾ ਇਹ ਗਲਤੀ ਹੋਊਗੀ। ਹਜੇ ਸਾਨੂੰ ਪੂਰਨ ਰੂਪ 'ਚ ਪ੍ਰੋਬਲਮਸ ਦੀ ਸਮਝ ਨਹੀਂ ਆ, ਕਿਉਂਕਿ ਜੇ ਪ੍ਰੋਬਲਮ ਦੀ ਸਮਝ ਸਾਡੇ ਕੋਲੇ ਹੁੰਦੀ ਫਿਰ ਹੱਲ ਕੱਢਣਾ ਤਾਂ ਬਹੁਤ ਸੌਖਾ। ਸੋ ਹੱਲ ਫਿਰ ਨਿਕਲੇ ਆਉਂਦੇ ਹੁੰਦੇ ਆ। ਹਜੇ ਤਾਂ ਸਾਨੂੰ ਪ੍ਰੋਬਲਮਸ ਦੀ ਸਮਝ ਹੀ ਹੈ ਨਹੀਂ। ਜੇ ਮੈਂ ਕਹਾਂ ਮੈਨੂੰ ਪ੍ਰੋਬਲਮਸ ਦੀ ਸਮਝ ਆ ਤਾਂ ਮੈਨੂੰ ਵੀ ਹਜੇ ਪ੍ਰੋਬਲਮ ਦੀ ਪੂਰਨ ਤੌਰ ਤੇ ਸਮਝ ਨਹੀਂ ਆ। ਅਸੀਂ ਇਕੱਠੇ ਹੋ ਕੇ ਕਲੈਕਟਿਵਲੀ ਗਾਂਹ ਤੁਰਨਾ, ਮਸਲਿਆਂ ਨੂੰ ਸਮਝਣਾ, ਫਿਰ ਮਸਲਿਆਂ ਨੂੰ ਪ੍ਰਾਇੋਰਟਾਈਜ਼ ਕਰਨਾ ਤੇ ਫਿਰ ਮਸਲਿਆਂ ਨਾਲ ਨਜਿੱਠਣਾ। ਇਹ ਸਾਡੇ ਲਈ, ਆਜੋ ਮਾਤਾ, ਇਹ ਸਾਡੇ ਲਈ ਬਹੁਤ ਜ਼ਰੂਰੀ ਆ ਵੀ ਅਸੀਂ ਆਪਦੇ ਇੰਟੈਲੈਕਚੁਅਲ ਕੈਲੀਬਰ ਨੂੰ ਥੋੜਾ ਜਿਹਾ ਤਾਂ ਚੱਕੀਏ, ਇੰਟੈਲੈਕਚੁਅਲ ਈਵਨ ਕਲੈਕਟਿਵਲੀ। ਤੇ ਕਿਹੜੀਆਂ ਗੱਲਾਂ ਅੱਜ ਆਪਾਂ ਕਰਨੀਆਂ, ਆਪਾਂ ਇੱਥੇ ਕਿਸੇ ਦਾ ਵੈਰ ਵਿਰੋਧ ਨਹੀਂ ਕਰਨਾ ਹੈ। ਇੱਕ ਗੱਲ ਮੈਂ ਹੋਰ ਸਪਸ਼ਟ ਕਰਦਾ ਵੀ ਕਿਸਾਨੀ ਸੰਘਰਸ਼ ਦੇ ਨਾਲ ਸੀ, ਨਾਲ ਖੜੇ ਆ ਤੇ ਨਾਲ ਹੀ ਰਹਾਂਗੇ। ਕਿਸਾਨੀ ਸੰਘਰਸ਼ ਤੋਂ ਆਪਾਂ ਦੂਰ ਨਹੀਂ ਆ, ਕਿਸੇ ਵੀ ਹੱਕੀ ਸੰਘਰਸ਼ ਤੋਂ ਦੂਰ ਨਹੀਂ ਆ। ਨਾ ਕਦੇ ਲੀਡਰਸ਼ਿਪ ਦਾ ਨਿਰਾਦਰ ਕੀਤਾ ਸਾਡੀ ਦਾ, ਨਾ ਲੀਡਰਸ਼ਿਪ ਨੂੰ ਕਦੇ ਨਿਰਾਦਰ ਕੋਈ ਲਫ਼ਜ਼ ਬੋਲਾਂਗੇ, ਨਾ ਹੀ ਕਿਸਾਨੀ ਸੰਘਰਸ਼ ਦੇ ਉਲਟ ਕੋਈ ਗੱਲ ਬੋਲਾਂਗੇ। ਲੀਡਰਸ਼ਿਪ ਦੇ ਪ੍ਰੋਗਰਾਮਾਂ ਦੇ ਵੀ ਨਾਲ ਆ, ਲੀਡਰਸ਼ਿਪ ਦਾ ਸਤਿਕਾਰ ਵੀ ਕਰਦੇ ਆ। ਪਰ ਇਹ ਜ਼ਰੂਰ ਆ ਵੀ ਜੇ ਸਾਡਾ ਕੋਈ ਨਜ਼ਰੀਆ ਕਿਸੇ ਤੋਂ ਵੱਖ ਹੋਵੇ, ਮੰਨ ਲਓ ਘਰਾਂ 'ਚ ਵੀ ਰਹਿੰਦੇ ਆਪਾਂ, ਦੋ ਜਾਣੇ ਵੱਖ-ਵੱਖ ਸੋਚ ਸਕਦੇ ਆ ਤੇ ਅਸੀਂ ਇੱਕ ਦੂਜੇ ਦੇ ਚਪੇੜਾਂ ਥੋੜੀ ਮਾਰਨ ਲੱਗ ਜਾਂਦੇ ਆ, ਜਾਂ ਇੱਕ ਦੂਜੇ ਨੂੰ ਇਹ ਥੋੜੀ ਕਹਿਣ ਲੱਗ ਜਾਂਦੇ ਆ ਵੀ ਆਹ ਵੇਖੋ ਜੀ ਇਹ ਤਾਂ ਸਰਕਾਰ ਦਾ ਬੰਦਾ ਨਹੀਂ। ਇਹ ਆਮ ਤੌਰ ਤੇ ਤੰਗ ਨਜ਼ਰੀ ਹੁੰਦੀ ਆ। ਜਦੋਂ ਤੁਹਾਡਾ ਪਰਸਪੈਕਟਿਵ, ਤੁਹਾਡਾ ਦ੍ਰਿਸ਼ਟੀਕੋਣ ਵੱਖ-ਵੱਖ ਆ ਤੇ ਤੁਸੀਂ ਜਿਹੜੀ ਤੰਗ ਨਜ਼ਰੀ ਵਾਲੀ ਸੋਚ ਆ ਉਹ ਕੀ ਕਰਦੀ ਆ, ਉਹ ਜਿਹੜਾ ਦ੍ਰਿਸ਼ਟੀਕੋਣ ਆਪਦੇ ਹਿਸਾਬ ਨਾਲ ਨਹੀਂ ਹੁੰਦਾ ਉਹਨਾਂ ਦਾ, ਜਾਂ ਆਪਦੀ ਪੋਲੀਟੀਕਲ ਆਈਡੀਓਲੋਜੀ ਦੇ ਹਿਸਾਬ ਨਾਲ ਨਹੀਂ ਹੁੰਦਾ, ਜਾਂ ਜਥੇਬੰਦੀ ਤੇ ਪੋਲੀਟੀਕਲ ਪਾਰਟੀ ਦੇ ਹਿਸਾਬ ਨਾਲ ਨਹੀਂ ਹੁੰਦਾ, ਫਿਰ ਉਹਦੇ ਖਿਲਾਫ ਪੋਜੀਸ਼ਨ ਲੈ ਲੈਂਦੇ ਆ। ਤੇ ਖਿਲਾਫ ਪੋਜੀਸ਼ਨ ਲੈ ਕੇ ਗੱਲ ਇਹ ਸਾਹਮਣੇ ਆ ਜਾਂਦੀ ਆ ਵੀ ਵੇਖੋ ਇਹ ਤਾਂ ਵਿਰੋਧੀ ਆ ਸਾਡੇ। ਆਪਾਂ ਵਿਰੋਧੀ ਨਹੀਂ ਆ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਆ, ਪੰਜਾਬ ਦੇ ਉਸ ਹਰ ਸੰਘਰਸ਼ ਨੂੰ ਸਮਰਪਿਤ ਆ ਜੋ ਸਾਡਾ ਹੱਕੀ ਸੰਘਰਸ਼ ਆ, ਪੰਜਾਬ ਪੱਖੀ ਸੰਘਰਸ਼ ਆ, ਪੰਥ ਪ੍ਰਸਤ ਗੱਲ ਕਰਦਾ। ਸੋ ਇੱਥੋਂ ਆਪਾਂ ਗੱਲ ਸ਼ੁਰੂ ਕਰਦੇ ਆ। ਹਜੇ ਸਾਡੇ ਹੋਰ ਵੀ ਸਾਥੀ ਆਉਣੇ ਸੀ, ਮਾਤਾ ਆਏ ਆ, ਇਹਨਾਂ ਨੇ ਆਪਦਾ ਇੱਕ ਨੌਜਵਾਨ ਪੁੱਤ ਗਵਾਇਆ ਹਨਾ। ਸੋ ਇਹ ਵੀ ਪੰਜਾਬ ਨਾਲ, ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਆ, ਇਹ ਸਾਡੇ ਲੋਕਾਂ ਨਾਲ ਜੁੜੇ ਹੋਏ ਆ। ਤੇ ਇੱਕ ਹੋਰ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਤੁਸੀਂ ਅੱਜ ਸਾਡੇ ਲਈ ਇੱਕ ਛੋਟਾ ਜਿਹਾ, ਇੱਕ ਸਮਾਲ ਸਟੈਪ ਜਿਹਨੂੰ ਕਹਿ ਲਈਏ, ਕਿਉਂਕਿ ਇੱਕ ਬੇਬੀ ਸਟੈਪ ਤੋਂ ਹੀ ਆਪਾਂ ਸਪ੍ਰਿੰਟ ਲਾਉਣ ਤੱਕ ਜਾਵਾਂਗੇ ਮਿਲਖਾ ਸਿੰਘ ਬਣਾਂਗੇ। ਤੇ ਜੇ ਤੁਸੀਂ ਇੱਥੇ ਆਏ ਹੋ, ਅਸੀਂ ਬਹੁਤ ਤਹਿ ਦਿਲੋਂ, ਸੱਚੀ ਗੱਲ ਹੈ ਇਹ ਵੀ ਇੱਥੇ ਕੋਈ ਪੋਲੀਟੀਕਲ ਗੱਲ ਨਹੀਂ ਹੋ ਰਹੀ, ਕੋਈ ਪੋਪੂਲਰ ਨੈਰੇਟਿਵ ਦੀ ਗੱਲ ਨਹੀਂ ਹੋ ਰਹੀ। ਅਸੀਂ ਇਹ ਤੁਹਾਨੂੰ ਅਹਿਸਾਸ ਜਤਾਉਣੇ ਆ that thank you so much for being here। ਹਾਂਜੀ, ਦੇਖੋ ਗੱਲ ਇਹ ਆ ਜੀ, ਮੈਂ ਹੁਣੇ ਜਿਹੜੀ ਗੱਲ ਕੀਤੀ ਵੀ ਸਾਡੇ ਤੋਂ ਸਾਡੀਆਂ ਕਦਰਾਂ ਕੀਮਤਾਂ, ਸਾਡੀਆਂ ਰਵਾਇਤਾਂ, ਸਾਡਾ ਸੱਭਿਆਚਾਰ 1849 ਤੋਂ ਲਗਾਤਾਰ ਖੋਇਆ ਗਿਆ। ਅੱਜ ਅਸੀਂ ਜਿੱਥੇ ਪਹੁੰਚ ਗਏ ਆ, ਅਸੀਂ ਜੇ ਆਪਦੇ ਆਪ ਨੂੰ ਸੋਸ਼ਲ ਤੌਰ ਤੇ ਵੀ ਦੇਖੀਏ, ਸਾਡੇ ਹਰ ਸੰਘਰਸ਼ ਨੂੰ ਕੇਂਦਰ ਸਰਕਾਰ ਜਾਂ ਸਟੇਟ ਆ ਜਿਹੜੀ ਉਹ ਫੇਲ ਕਰਦੀ ਆ, ਤੇ ਫੇਲ ਕਰਕੇ ਸਾਨੂੰ ਇੱਕੋ ਹੀ ਰਾਹ ਦੇ ਦਿੰਦੀ ਆ ਜਿਹੜੀ ਉਹਨਾਂ ਦੇ ਸਟਰਕਚਰ ਚੋਂ ਹੀ ਪੈਦਾ ਹੁੰਦਾ ਵੀ ਤੁਸੀਂ ਚੋਣਾਂ ਵੱਲ ਆ ਜਾਓ, ਤੁਸੀਂ ਇਲੈਕਸ਼ਨ ਲੜੋ ਤੇ ਇਹਦੇ ਚੋਂ ਤੁਹਾਡਾ ਹੱਲ ਨਿਕਲ ਜੂ। ਫਿਰ ਸਾਨੂੰ ਡੁੱਬਦਿਆਂ ਨੂੰ ਇਹ ਲੱਗਦਾ ਵੀ ਹਾਂ ਵਾਕਈ ਚੋਣਾਂ ਚੋਂ ਸਾਡਾ ਹੱਲ ਨਿਕਲ ਜੂ। ਪਰ ਚੋਣਾਂ ਚੋਂ ਹੱਲ ਕਿਵੇਂ ਨਿਕਲੂ? 17 ਸਾਲਾਂ 'ਚ ਸਾਡਾ ਕੋਈ ਹੱਲ ਨਿਕਲਿਆ? ਅਸੀਂ ਉਸ ਸੰਵਿਧਾਨ ਚੋਂ ਜਿਹਦੇ 'ਚ 72 ਵਾਰੀ
72 ਵਾਰੀ ਇਹਨਾਂ ਨੇ ਅਮੈਂਡਮੈਂਟ ਕੀਤੀ ਤੇ ਉਹ ਸੈਂਟਰਲਾਈਜ਼ ਕਰ ਲਈ ਪਾਵਰ। ਅੱਜ ਲੋਕਾਂ ਨੂੰ ਜੇ ਝੂਠ ਬੋਲਣਾ ਹੋਵੇ ਵੀ ਚੋਣਾਂ ਚੋਂ ਹੱਲ ਨਿਕਲ ਜੂ ਤਾਂ ਆਪਾਂ ਵੀ ਬੋਲ ਸਕਦੇ ਹਾਂ। ਆਪਣੇ ਮਗਰ ਬਹੁਤ ਲੋਕ ਆ ਜਾਣੇ ਆ, ਬੜਾ ਕੁਝ ਹੋ ਜਾਣਾ, ਵੀ ਅਗਲਿਆਂ ਨੂੰ ਹੁੰਦਾ ਵੀ ਇਹ ਕੁਝ ਕੱਲ ਨੂੰ ਬਣਨਗੇ, ਸਾਡਾ ਵੀ ਬਣੂ, ਤੇ ਉੱਥੇ ਕੁਝ ਨਾ ਕੁਝ ਉਹਨਾਂ ਦੇ ਨਿੱਜ ਜੁੜਿਆ ਹੁੰਦਾ। ਦੇਖੋ, ਜੇ ਮੈਂ ਤੁਹਾਨੂੰ ਕਹਾਂ ਵੀ ਮੇਰੇ ਕੋਲੇ ਹੀ ਕੋਈ ਜਾਦੂ ਦਾ ਚਿਰਾਗ ਆ ਤੇ ਅਸੀਂ ਇਹ ਹੱਲ ਕੱਢ ਦਾਂਗੇ ਤਾਂ ਇਹ ਗਲਤ ਹੋਊਗੀ ਗੱਲ। ਬੜਾ ਐਕਸਪੈਕਟ ਆਪਾਂ ਇੱਕ ਦੂਜੇ ਤੋਂ ਨਾ ਕਰਕੇ ਚੱਲੀਏ ਜਿੱਥੇ ਖੜੇ ਆ ਅਸੀਂ, ਕਿਉਂਕਿ ਤੁਸੀਂ ਇਹ ਦੇਖੋ, ਆਪਾਂ ਇੱਕ ਜਿਵੇਂ ਮੈਂ ਹੁਣ ਕਿਹਾ, ਇੱਕ ਛੋਟਾ ਸਟੈਪ ਜਿਹੜਾ ਹਨਾ, ਇੱਕ ਹਜੇ ਪਹਿਲਾ ਸਟੈਪ ਪੱਟਿਆ, ਉਹ ਵੀ ਉਸ ਸਟੇਟ ਦੇ ਖਿਲਾਫ, ਉਸ ਸਿਸਟਮ ਦੇ ਖਿਲਾਫ ਜਿਹੜਾ ਲਗਾਤਾਰ ਸਾਡੀ ਮਾਨਸਿਕ ਨਸ਼ਲਕੁਸ਼ੀ ਕਰ ਰਿਹਾ, ਸਾਡੇ ਸੋਚਣ ਦੇ ਢੰਗ ਵੀ ਬਦਲ ਰਿਹਾ, ਉਹ ਸਾਡੀ ਕਾਮਨ ਸੈਂਸ ਨੂੰ ਵੀ ਉਹਨੇ ਬਦਲਤਾ। ਪਰ ਜੋ ਅਸੀਂ ਮਕਸਦ ਲੈ ਕੇ ਚੱਲੇ ਆ, ਚਾਹੇ ਉਹ ਅਸੀਂ ਪਿੰਡ ਪੱਧਰ ਤੇ ਕਰੀਏ, ਚਾਹੇ ਉਹ ਜ਼ਿਲ੍ਹਾ ਪੱਧਰ ਤੇ ਕਰੀਏ, ਚਾਹੇ ਐਜੂਕੇਸ਼ਨ ਦੇ ਖੇਤਰ 'ਚ ਕਰੀਏ, ਚਾਹੇ ਸਿਹਤ ਸੇਵਾਵਾਂ ਨੂੰ ਲੈ ਕੇ ਕਰੀਏ, ਚਾਹੇ ਇੱਕ ਆਲਟਰਨੇਟਿਵ ਸਿਸਟਮ ਘੜਨ ਦੇ ਜਾਂ ਆਲਟਰਨੇਟਿਵ ਸੰਸਥਾਵਾਂ ਘੜਨ ਨੂੰ ਲੈ ਕੇ ਕਰੀਏ, ਉਹਦੇ ਤੇ ਅਸੀਂ ਸਮਰਪਿਤ ਰਹਾਂਗੇ। ਪਰ ਮੈਂ ਫੇਰ ਕਿਹਾ, ਡੋਂਟ ਰੀਡ ਟੂ ਮੱਚ ਅਬਾਊਟ ਇਟ, ਬਹੁਤ ਜ਼ਿਆਦਾ ਐਕਸਪੈਕਟ ਨਾ ਕਰੀਏ। ਤੁਹਾਡੇ ਨਾਲ ਆ, ਇਸ ਧਰਤੀ ਲਈ, ਆਪਦੇ ਖਿੱਤੇ ਲਈ, ਆਪਦੇ ਲੋਕਾਂ ਲਈ, ਆਪਦੇ ਸੱਭਿਆਚਾਰ ਹੋਂਦ ਨੂੰ ਬਚਾਉਣ ਖਾਤਰ ਤੁਰੇ ਆ, ਤੇ ਇੱਥੇ ਅਸੀਂ ਇਮਾਨਦਾਰ ਰਹਾਂਗੇ।